ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾ ਹਿਰਦੈ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਾਰਾ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਕ ਦਿਨ ਪਾਰੋ ਨੇ ਕਰੀ ਗੁਰ ਆਗੇ ਅਰਦਾਸ। ਪ੍ਰਿਥਕ ਪ੍ਰਿਥਕ ਸਿੱਖ ਸੰਗਤਾਂ ਆਵਤ ਹੈ ਤੁਮ ਪਾਸ। ਇਕ ਦਿਨ ਪਾਰੋ ਨੇ ਕਰੀ ਗੁਰ ਆਗੇ ਅਰਦਾਸ। ਪ੍ਰਿਥਕ ਪ੍ਰਿਥਕ ਸਿੱਖ ਸੰਗਤਾਂ
ਆਵਤ ਹੈ ਤੁਮ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹਜੂਰ ਜਾਹਰ ਹਜੂਰ ਦੀਨਾ ਬੰਧੂ ਭਗਤ ਵਛਲ ਦਇਆ ਕੇ ਸਾਗਰ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਦਾਨ ਜਗ ਦਾਤੇ ਗੁਰੂ ਗਰੀਬ ਨਿਵਾਜ ਨੇਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸ਼ੋਭਾ ਕੀਰਤ ਵਡਿਆਈ ਸ਼ਰਵਣ ਕਰਨ ਵਾਸਤੇ ਆਪਾਂ ਸਰਬੱਤ ਸੰਗਤਾਂ ਮਾਈ ਭਾਈ ਨਿਤਾ ਪ੍ਰਤੀ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਕਰਕੇ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹਾਂ। ਜਥਾ ਪ੍ਰਸੰਗ ਸਾਧ ਸੰਗ ਦੀ ਪਿੱਛੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਵਿਚਾਰਿਆ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਇਆ ਕੇ ਸਾਗਰ ਜਿਨ੍ਹਾਂ ਨੇ ਬੇਅੰਤ ਜੀਵਾਂ ਦੀ ਕਲਿਆਣ ਕੀਤੀ ਹੈ, ਉੱਥੇ ਹੀ ਸੱਚੇ ਪਾਤਸ਼ਾਹ ਜੀਆਂ ਨੂੰ ਜਿੱਥੇ ਸਿੱਖ ਪ੍ਰੇਮ ਕਰਦੇ ਹੈ, ਭੈੜੇ ਤੋਂ ਭੈੜੇ ਰੋਗ ਛੋਟੇ ਸਾਰੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਭੈ ਮੰਨਦੇ ਹਨ। ਗੁਰੂ ਗਰੀਬ ਨਿਵਾਜ ਦੀ ਮਹਿਮਾ ਸੁਣ ਕੇ ਜਿੰਨੇ ਵੀ ਆ ਭੈੜੇ ਤੋਂ ਭੈੜੇ ਕੋਝੇ ਰੋਗ ਹਨ ਸਾਰੇ ਹੀ ਗੋਇੰਦਵਾਲ ਪਾਵਨ ਪਵਿੱਤਰ ਨਗਰੀ ਤੋਂ ਕੂਚ ਕਰ ਗਏ। ਕਵੀ ਜੀਆਂ ਇਹ ਮਹਾਰਾਜ ਦੀ ਮਹਿਮਾ ਵੱਡੀ ਅਜ਼ਮਤ ਜਣਾਉਂਦਿਆਂ ਹੋਇਆਂ ਇਹ ਪ੍ਰਸੰਗ ਕਥਨ ਕੀਤਾ ਹੈ ਕਿ ਗੋਇੰਦਵਾਲ ਸਾਹਿਬ ਵਿੱਚ ਇੱਕ ਮਾਈ ਦਾ ਪੁੱਤਰ ਤਈਆ ਤਾਪ ਚੜ੍ਹਨ ਕਰਕੇ ਚੜ੍ਹਾਈ ਕਰ ਗਿਆ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚੁਬਾਰਾ ਸਾਹਿਬ ਵਾਲੇ ਸਥਾਨ ਉੱਪਰ ਬਿਰਾਜੇ ਹੋਏ ਸੀ, ਵਿਸ਼ਰਾਮ ਕਰ ਰਹੇ ਸਨ। ਇੱਕ ਬਜ਼ੁਰਗ ਮਾਈ ਦੀ ਚੀਖ ਸੁਣ ਕੇ ਮਹਾਰਾਜ ਜਾਗੇ ਹੈ। ਭਾਈ ਬੱਲੂ ਜੀ ਨੂੰ ਸਤਿਗੁਰਾਂ ਪੁੱਛਿਆ ਕਿ ਭਾਈ ਬੱਲੂ ਆ ਕੀ ਕਾਰਨ ਹੈ? ਇੱਕ ਮਾਈ ਨੇ ਬੜੀ ਵਿਰਾਗ ਵਿੱਚ ਚੀਖ ਮਾਰੀ ਹੈ, ਜਾਂ ਪਤਾ ਕਰ ਕੀ ਹੋਇਆ? ਭਾਈ ਬੱਲੂ ਜੀ ਉਹ ਪਤਾ ਕੀਤਾ ਆ ਕੇ ਦੱਸਿਆ, ਮਹਾਰਾਜ ਇੱਕ ਵਿਧਵਾ ਮਾਈ ਸੀ ਜਿਹਦਾ ਪਤੀ ਪਹਿਲਾਂ ਹੀ ਚੜ੍ਹਾਈ ਕਰ ਚੁੱਕਾ ਹੈ, ਔਰ ਉਹਦਾ ਪੁੱਤਰ ਤਈਆ ਤਾਪ ਚੜ੍ਹਨ ਕਰਕੇ ਅੱਜ ਚੜ੍ਹਾਈ ਕਰ ਗਿਆ। ਤਾਂ ਕਰਕੇ ਉਹ ਬਜ਼ੁਰਗ ਮਾਈ ਪੁੱਤਰ ਨੂੰ ਯਾਦ ਕਰਦੀ, ਵਹਿਣ ਪਾਉਂਦੀ ਹੈ, ਰੋਂਦੀ ਹੈ। ਮਹਾਰਾਜ ਕਹਿੰਦੇ ਕੋਈ ਨਾ, ਬੱਲੂ ਜਾ ਕੇ ਉਹ ਮਾਈ ਨੂੰ ਕਹਿ ਦੇਵੇ ਰੋਵੇ ਨਾ, ਅੰਮ੍ਰਿਤ ਵੇਲੇ ਉਸ ਦਾ ਪੁੱਤਰ ਜਿਉਂਦਾ ਹੋਵੇਗਾ। ਔਰ ਹੁਣ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰੇ। ਭਾਈ ਬੱਲੂ ਜੀਆਂ ਜਾ ਕੇ ਸੁਨੇਹਾ ਲਾਇਆ ਵੀ ਮਹਾਰਾਜ ਨੇ ਇੱਦਾਂ ਆਖਿਆ। ਜਦੋਂ ਤੜਕਾ ਹੋਇਆ ਮਹਾਰਾਜ ਜੀਆਂ ਇਸ਼ਨਾਨ ਪਾਣ ਕੀਤਾ, ਸਿੰਘਾਸਣ 'ਤੇ ਸਜੇ ਹੈ। ਉਹ ਬੁੱਢੀ ਮਾਈ ਆਪਦੇ ਪੁੱਤਰ ਨੂੰ ਗੋਦੀ ਚੁੱਕ ਕੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਆਈ।
ਕਹਿੰਦੇ ਮਹਾਰਾਜ ਆਓ ਮੇਰਾ ਪੁੱਤਰ ਜਿਉਂਦਾ ਕਰੋ। ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਸਾਧ ਸੰਗਤ ਜੀ ਆਪਣਾ ਚਰਨ ਉਹ ਬੱਚੇ ਦੇ ਮੱਥੇ ਨਾਲ ਛੁਹਾਇਆ। ਜਦੇ ਚਾਟੀ ਉਸ ਮਾਈ ਦਾ ਬੱਚਾ ਜਿਉਂਦਾ ਹੋਇਆ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਫਿਰ ਉੱਥੇ ਇਹ ਵਰਦਾਨ ਦਿੱਤਾ ਗੋਇੰਦਵਾਲ ਨਗਰੀ ਨੂੰ। ਕਹਿੰਦੇ ਕਿ ਇਹ ਤਈਆ ਤਾਪ ਨੇ ਸਾਡਾ ਹੁਕਮ ਨਹੀਂ ਮੰਨਿਆ। ਅਸੀਂ ਇਹ ਪ੍ਰਤੱਗਿਆ ਕੀਤੀ ਸੀ ਵੀ ਜਿੰਨਾ ਸਮਾਂ ਅਸੀਂ ਗੋਇੰਦਵਾਲ ਸਾਹਿਬ ਗੁਰਤਾ ਸਿੰਘਾਸਣ 'ਤੇ ਰਵਾਂਗੇ ਓਨੇ ਸਮੇਂ ਤੱਕ ਕਿਸੇ ਵੀ ਮਾਂ ਦਾ ਪੁੱਤਰ ਬੱਚਾ ਧੀ ਨਹੀਂ ਚੜ੍ਹਾਈ ਕਰੇਗਾ, ਜਾਂ ਕੋਈ ਮੌਤ ਨਹੀਂ ਹੋਵੇਗੀ, ਜਾਂ ਇੱਥੇ ਫੇਰਾ ਨਹੀਂ ਮਾਰੇਗਾ। ਪਰ ਤਈਏ ਤਾਪ ਨੇ ਸਾਡੀ ਅਵੱਗਿਆ ਦਾ ਪਾਲਣ ਨਹੀਂ ਕੀਤਾ। ਮਹਾਰਾਜ ਜੀ ਨੂੰ ਆਪਦੇ ਕੋਲ ਸੱਦ ਲਿਆ। ਕਵੀ ਜੀ ਕਹਿੰਦੇ ਤਈਏ ਤਾਪ ਨੇ ਬੱਚੇ ਦਾ ਰੂਪ ਧਾਰਿਆ ਹੋਇਆ, ਜਿਵੇਂ ਕੋਈ 5-7 ਸਾਲ ਦਾ ਨਿਆਣਾ ਹੁੰਦਾ ਹੈ। ਮਹਾਰਾਜ ਜੀਆਂ ਨੂੰ ਪਕੜ ਕੇ ਤੇ ਪਿੰਜਰੇ ਵਿੱਚ ਪਾ ਦਿੱਤਾ। ਜਿੱਥੇ ਸੰਗਤਾਂ ਆਉਂਦੀਆਂ ਜਾਂਦੀਆਂ ਬਾਹਰ ਦਰਵਾਜ਼ੇ ਵਿੱਚ ਰਖਵਾਤਾ ਤੇ ਖਾਣ ਨੂੰ ਕੁਝ ਨਾ ਦਿੱਤਾ। ਸਮਾਂ ਬੀਤਦਾ ਗਿਆ, ਸੰਗਤਾਂ ਆਉਂਦੀਆਂ ਇਹਦੇ ਵੱਲ ਵੇਖਦੀਆਂ, ਬੜੇ ਤਰਲੇ ਜੇ ਕਰਦਾ, ਸੰਗਤਾਂ ਨੂੰ ਮੱਥੇ ਟੇਕਦਾ, ਨਾਲ ਬੇਨਤੀਆਂ ਵੀ ਕਰਦਾ ਵੀ ਕੋਈ ਹੈ ਪਰਉਪਕਾਰੀ ਸਿੱਖ ਗੁਰੂ ਦਾ ਜਿਹੜਾ ਮੇਰੀ ਮਹਾਰਾਜ ਤੋਂ ਬੰਦ ਖਲਾਸੀ ਕਰਵਾਵੇ, ਮੇਰੀ ਸਿਫਾਰਿਸ਼ ਮਹਾਰਾਜ ਨੂੰ ਕਰੇ। ਸਾਰੇ ਇਹ ਤੋਂ ਭੈ ਖਾਂਦੇ, ਕਿਸੇ ਨੇ ਦੀ ਹਾਮੀ ਨਾ ਭਰੀ। ਇੱਧਰ ਸੁਲਤਾਨਪੁਰ ਸਾਹਿਬ ਦੇ ਲਾਗਿਓਂ ਡੱਲੇ ਨਗਰ ਤੋਂ ਸੰਗਤਾਂ ਜਦੋਂ ਮਹਾਰਾਜ ਦੇ ਦਰਸ਼ਨ ਨੂੰ ਗੋਇੰਦਵਾਲ ਸਾਹਿਬ ਆਈਆਂ, ਉਹਨਾਂ ਸੰਗਤਾਂ ਦੇ ਵਿੱਚ ਇੱਕ ਭਾਈ ਲਾਲੂ ਜੀ ਨਾਮੇ ਬ੍ਰਹਮ ਗਿਆਨੀ ਗੁਰਸਿੱਖ ਸਨ, ਜਿਨ੍ਹਾਂ ਦਾ ਸੁਭਾਅ ਬੜਾ ਦਿਆਲੂ ਤੇ ਪਰਉਪਕਾਰ ਕਰਨ ਵਾਲਾ ਹੈ। ਉਹ ਕੋਈ 5-7 ਦਿਨ ਇੱਥੇ ਰਹੇ ਗੋਇੰਦਵਾਲ ਸਾਹਿਬ। ਉਹ ਰੋਜ਼ ਹੀ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਜਾਇਆ ਕਰਨ, ਇਹ ਛੋਟਾ ਜਿਹਾ ਬੱਚਾ ਪਿੰਜਰੇ 'ਚ ਪਾਇਆ ਵੇਖ ਕੇ ਇੱਕ ਦਿਨ ਮਹਾਰਾਜ ਨੂੰ ਕਹਿੰਦੇ ਮਹਾਰਾਜ ਹੁਣ ਛੱਡ ਦਿਓ ਇਹਨੂੰ, ਜਿੰਨਾ ਕੋਈ ਇਹਨੇ ਕੀਤਾ ਸੀ ਕਸੂਰ ਉਹਦੀ ਸਜ਼ਾ ਇਹਨੂੰ ਮਿਲ ਗਈ ਹੈ। ਮਹਾਰਾਜ ਕਹਿੰਦੇ ਭਾਈ ਲਾਲੂ ਛੱਡ ਤਾਂ ਦਈਏ, ਵੇਖ ਲਾ ਜੇ ਨਾਲ ਲੈ ਕੇ ਜਾਣਾ ਹੈ, ਅਸੀਂ ਇੱਥੇ ਨਹੀਂ ਰੱਖਣਾ। ਕਹਿੰਦਾ ਮਹਾਰਾਜ ਮੈਂ ਇਹਨੂੰ ਨਾਲ ਲੈ ਜਾਵਾਂਗਾ। ਉਹ ਛਡਵਾ ਕੇ ਸਾਧ ਸੰਗਤ ਦੀ ਉਹ ਭਾਈ ਲਾਲੂ ਜੀ ਨੂੰ ਤਈਏ ਤਾਪ ਨੂੰ ਆਪਣੇ ਨਾਲ ਡੱਲੇ ਨਗਰ ਲੈ ਕੇ ਚੱਲੇ। ਇਹ ਰਸਤੇ ਵਿੱਚ ਚਲਾਕੀ ਨਾਲ ਭਾਈ ਲਾਲੂ ਜੀ ਨੂੰ ਕਹਿੰਦਾ ਮੈਥੋਂ ਤੁਰਿਆ ਨਹੀਂ ਜਾਂਦਾ ਤੇ ਲਾਲੂ ਜੀ ਮੈਨੂੰ ਕੁਝ ਖਾਣ ਨੂੰ ਚਾਹੀਦਾ, ਭੁੱਖ ਦੀ ਤ੍ਰਿਪਤੀ ਹੋਵੇ। ਭਾਈ ਲਾਲੂ ਜੀ ਕਹਿੰਦੇ ਆ ਕੋਈ ਨਾ, ਇੱਥੇ ਲਾਗੇ ਹੁਣ ਨਗਰ ਆ ਹੀ ਚੱਲਿਆ, ਕੁਝ ਸਮਾਂ ਠਹਿਰ ਜਾ ਤੇ ਫਿਰ ਉੱਥੇ ਜੋ ਕਹੇਗਾ ਛਕ ਲਵੀਂ, ਤੈਨੂੰ ਪੂੜੇ ਆਦਿਕ ਲਾ ਕੇ ਦੇਵਾਂਗੇ। ਕਹਿੰਦਾ ਨਹੀਂ ਭਾਈ ਲਾਲੂ ਬਸ ਇੱਕ ਘੜੀ ਰੁਕ ਤੇ ਮੈਂ ਹੁਣੇ ਆਇਆ। ਆਗਿਆ ਲੈ ਕੇ ਭਾਈ ਲਾਲੂ ਜੀ ਦੀ ਜਾਤ ਧੋਬੀ ਨੂੰ ਚੜ੍ਹਿਆ। ਘੜਾ ਭੰਨ ਕੇ ਸਾਧ ਸੰਗਤ ਜੀ ਇੱਕ ਠੀਕਰਾ ਖੂਨ ਦਾ ਭਰ ਲਿਆ ਧੋਬੀ ਦੇ ਸਰੀਰ ਵਿੱਚੋਂ। ਭਾਈ ਲਾਲੂ ਦੇ ਪਾਸ ਆ ਕੇ ਗਟ-ਗਟ ਕਰਕੇ ਪੀ ਗਿਆ। ਭਾਈ ਲਾਲੂ ਜੀ ਡਰ ਗਏ ਤੇ ਆਖਿਆ ਤੂੰ ਬਹੁਤ ਪਾਪੀ ਹੈ, ਕਠੋਰ ਹੈ, ਭੈੜੇ ਸੁਭਾਅ ਦਾ ਹੈ, ਅਸੀਂ ਗਲਤ ਕੀਤਾ ਤੇਰੀ ਸਿਫਾਰਿਸ਼ ਕਰਕੇ, ਚੱਲ ਤੈਨੂੰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਹੀ ਛੱਡ ਆਈਏ। ਹੱਥ ਜੋੜ ਲਏ, ਕਹਿੰਦਾ ਮਹਾਰਾਜ ਹੁਣ ਭੁੱਲ ਹੋ ਗਈ। ਹਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਹੁਣ ਮੈਨੂੰ ਛੱਡ ਦਿਓ ਤੇ ਮੈਂ ਜਿੱਥੇ ਤੁਹਾਡੀ ਤੇ ਸਾਡੀ ਕਥਾ ਹੋਵੇ ਕਰੇਗੀ ਉੱਥੇ ਨਹੀਂ ਮੈਂ ਫੇਰਾ ਪਾਵਾਂਗਾ। ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਤੁਹਾਡੀ ਸਾਡੀ ਇਹ ਪ੍ਰਸੰਗ ਕੋਈ ਸੁਣਿਆ ਕਰੇਗਾ, ਕੋਈ ਪੜ੍ਹਿਆ ਕਰੇਗਾ, ਉੱਥੇ ਮੈਂ ਕਦੇ ਫੇਰਾ ਨਹੀਂ ਪਾਵਾਂਗਾ। ਜੇ ਹੋਵਾਂਗਾ ਵੀ ਤੇ ਮੈਂ ਉਹ ਸਰੀਰ ਨੂੰ ਛੱਡ ਕੇ ਅੱਗੇ ਚਲਾ ਜਾਵਾਂਗਾ ਜਿੱਥੇ ਭਾਈ ਲਾਲੂ ਜੀ ਤੁਹਾਡੀ ਤੇ ਸਾਡੀ ਗੱਲਬਾਤ ਆ ਜਿਹੜੀ ਕਥਾ ਹੈ ਇਹ ਹੋਇਆ ਕਰੇਗੀ। ਇਉਂ ਭਾਈ ਲਾਲੂ ਜੀਆਂ ਦੀ ਫਿਰ ਖਲਾਸੀ ਕਰ ਦਿੱਤੀ, ਛੱਡ ਦਿੱਤਾ। ਇਹ ਪ੍ਰਸੰਗ ਸਾਧ ਸੰਗਤ ਜੀ ਆਪਾਂ ਪਿੱਛੇ ਸ਼ਰਵਣ ਕੀਤਾ। ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਨੇ ਬੜੇ ਬੜੇ ਭਿਆਨਕ ਰੋਗਾਂ ਨੂੰ ਡਰਾ ਕੇ ਰੱਖਿਆ ਹੋਇਆ। ਕੋਈ ਵੀ ਇਹੋ ਜਿਹਾ ਰੋਗ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਨਗਰੀ ਪੁਰੀ ਵਿੱਚ ਰਹਿੰਦਾ ਨਹੀਂ। 22 ਸਾਲ ਗੁਰੂ ਅਮਰਦਾਸ ਜੀ ਮਹਾਰਾਜ ਗੁਰਤਾ ਤੇ ਗੋਇੰਦਵਾਲ ਸਾਹਿਬ ਰਹੇ ਹੈ।
22 ਸਾਲਾਂ ਵਿੱਚ ਖਾਲਸਾ ਜੀ ਕੋਈ ਵੀ ਪ੍ਰਾਣੀ ਇਸਤਰੀ ਚੜਾਈ ਨਹੀਂ ਕੀਤਾ। ਐਡੀ ਮੇਰ ਗੋਬਿੰਦ ਵਾਲ ਗੋਬਿੰਦਪੁਰੀ ਸਮਝਲਨ ਤੀਰ ਵਿਪਾਸ ਬਣਾਇਓ। ਐਡੀ ਦਇਆ ਅਜਮਤ ਦੇ ਮਾਲਕ ਹਨ ਗੁਰੂ ਅਮਰਦਾਸ ਜੀ। ਇਹੋ ਜਿਹੇ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਆਪਾਂ ਸ਼ਰਵਣ ਕਰ ਰਹੇ ਹਾਂ। ਅੱਗੇ ਜਿਵੇਂ ਪ੍ਰਸੰਗ ਆਉਂਦਾ ਹੈ, ਵਿਸਾਖੀ ਦਾ ਮੇਲਾ ਮਹਾਰਾਜ ਜੀ ਨੇ ਜਿਵੇਂ ਆਰੰਭ ਕੀਤਾ ਸੀ, ਸਾਰੀਆਂ ਸੰਗਤਾਂ ਦੀਆਂ ਬੇਨਤੀਆਂ ਸੁਣ ਕੇ ਵੀ ਅੱਡੋ ਅੱਡ ਆਉਣੇ, ਇੱਕੋ ਵਾਰੀ ਆ ਕੇ ਸਾਰੇ ਇੱਕ ਦੂਜੇ ਦੇ ਦਰਸ਼ਨ ਕਰ ਸਕੀਏ। ਮਹਾਰਾਜ ਜੀਆਂ ਇਹ ਵਿਸਾਖੀ ਦਾ ਮੇਲਾ ਆਰੰਭ ਕੀਤਾ ਅਤੇ ਇਹ ਬ੍ਰਾਹਮਣਾਂ ਨੇ ਖੱਤਰੀਆਂ ਨੇ ਮਹਾਰਾਜ ਤੋਂ ਈਰਖਾ ਕਰਕੇ ਤੇ ਰਾਜ ਦੇ ਦਰਬਾਰ ਵਿੱਚ ਮਹਾਰਾਜ ਦੀ ਸ਼ਿਕਾਇਤ ਕੀਤੀ। ਉਹ ਸਾਰਾ ਪ੍ਰਸੰਗ ਅੱਗੇ ਆ ਰਿਹਾ, ਜਿਵੇਂ ਆਉਂਦਾ ਆਪਾਂ ਸੁਣੀਏ ਜੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ, ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਪਾਰੋ ਨੇ ਕਰੀ। ਇੱਕ ਦਿਨ ਜਿਹੜੇ ਮਹਾਰਾਜ ਦੇ ਨਿਕਟਵਰਤੀ ਸਿੱਖ ਜਿਨ੍ਹਾਂ ਦਾ ਨਾਮ ਭਾਈ ਪਾਰੋ ਜੁਲਕ ਹੈ, ਬ੍ਰਹਮ ਗਿਆਨੀ ਸਨ। ਭਾਈ ਪਾਰੋ ਜੀਆਂ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ ਹੈ। ਗੁਰ ਆਗੇ ਅਰਦਾਸ। ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨੀ ਭਾਈ ਪਾਰੋ ਜੀ ਬੇਨਤੀ ਕਰਦੇ ਆ। ਪ੍ਰਿਥਕ ਪ੍ਰਿਥਕ ਸਿੱਖ ਸੰਗਤਾ। ਭਾਈ ਪਾਰੋ ਜੀ ਕਹਿੰਦੇ ਆ, ਗੁਰੂ ਅਮਰਦਾਸ ਜੀ ਵੇਖੋ ਨਾ, ਸੰਗਤਾਂ ਅੱਡੋ ਅੱਡ ਆਉਂਦੀਆਂ, ਕੋਈ ਕਦੋਂ ਆਉਂਦਾ ਹੈ ਤੁਹਾਡੇ ਦਰਸ਼ਨ ਕਰਨ ਵਾਸਤੇ, ਕੋਈ ਕਦੋਂ ਆਉਂਦਾ ਹੈ। ਵੱਖੋ ਵੱਖ ਸੰਗਤਾਂ ਇਕੱਠੀਆਂ ਹੁੰਦੀਆਂ ਹਨ। ਆਵਤ ਹੈ ਤੁਮ ਪਾਸ। ਤੁਹਾਡੇ ਦਰਸ਼ਨਾਂ ਨੂੰ ਇੱਥੇ ਗੋਇੰਦਵਾਲ ਸਾਹਿਬ ਆਉਂਦੀਆਂ ਹਨ। ਚਾਪਈ ਨਹੀਂ ਪਰਸਪਰ ਮਿਲਬ ਹੋਏ। ਮਹਾਰਾਜ ਜਿਹੜੇ ਸਿੱਖਾਂ ਨੂੰ ਇੱਕ ਵਾਰੀ ਮਿਲ ਲਈਦਾ ਫਿਰ ਮੇਲ ਮਿਲਾਪ ਹੁੰਦਾ ਨਹੀਂ, ਕਿਉਂਕਿ ਕੋਈ ਕਦੋਂ ਆਉਂਦਾ ਹੈ, ਕੋਈ ਕਦੋਂ ਆਉਂਦਾ ਹੈ। ਤੇ ਮਹਾਰਾਜ ਸਿੱਖਾਂ ਦਾ ਆਪਸ ਵਿੱਚ ਪਿਆਰ ਮੇਲ ਮਿਲਾਪ ਬਹੁਤ ਘੱਟ ਹੈ। ਤੁਹਾਡੇ ਦਰਸ਼ਨ ਤਾਂ ਹੋ ਜਾਂਦੇ ਹੈ, ਪਰ ਸਿੱਖਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਨਹੀਂ, ਕਿਉਂਕਿ ਕੋਈ ਕਾਬਲ ਦੀਆਂ ਸੰਗਤਾਂ ਜਿਹੜੀਆਂ ਆਉਂਦੀਆਂ, ਕੋਈ ਕੰਧਾਰ ਤੋਂ, ਕੋਈ ਸਾਧ ਸੰਗਤ ਜੀ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ, ਤੇ ਮਹਾਰਾਜ ਜੀ ਉਹਨਾਂ ਦੇ ਫਿਰ ਦਰਸ਼ਨ ਦਿਦਾਰੇ ਇੱਕ ਵਾਰੀ ਮਿਲ ਪੈਣ, ਨਹੀਂ ਤਾਂ ਮਰਜ ਉਹਨਾਂ ਸੰਗਤਾਂ ਦੇ ਦਰਸ਼ਨ ਦੁਬਾਰਾ ਨਹੀਂ, ਮੇਲ ਨਹੀਂ ਹੁੰਦਾ ਹੈ। ਭਾਉ ਪ੍ਰੇਮ ਨਹਿ ਤਾਰਹਿ ਕੋਏ। ਇਸ ਕਰਕੇ ਪ੍ਰੇਮਾ ਭਾਉ ਇੱਕ ਦੂਜੇ ਦੇ ਪਰਥਾਏ, ਕਿਸੇ ਦੀ ਬਹੁਤੀ ਸਿੱਖਾਂ ਦੀ ਸਾਂਝ ਪ੍ਰੇਮ ਨਹੀਂ ਵੱਧ ਰਿਹਾ ਹੈ। ਕਿਹ ਸੋਹਵੈ ਨ ਚਿਨਾਰੀ। ਮਹਾਰਾਜ ਕਿਸੇ ਦੀ ਕਿਸੇ ਦੇ ਨਾਲ ਕੋਈ ਬਹੁਤੀ ਆਪਸ ਵਿੱਚ ਨਾ ਜਾਣ ਪਛਾਣ ਨਹੀਂ ਹੋ ਰਹੀ ਹੈ। ਦਰਸ ਜਾਏ ਘਰ ਵਾਰੋ ਵਾਰੀ। ਕਿਉਂਕਿ ਵਾਰੋ ਵਾਰੀ ਸੰਗਤਾਂ ਕੋਈ ਕਦੋਂ ਆਉਂਦੀ ਸੰਗਤ, ਕੋਈ ਕਦੋਂ ਆਉਂਦੀ ਹੈ, ਤੁਹਾਡੇ ਦਰਸ਼ਨ ਕਰਦੀਆਂ ਹਨ। ਆਪਸ ਮਹਿ ਜਬ ਪ੍ਰਾਪਤ ਮੇਲਾ। ਜਦੋਂ ਮਹਾਰਾਜ ਜੀ ਇਹਨਾਂ ਸੰਗਤਾਂ ਦਾ ਆਪਸ ਵਿੱਚ ਮੇਲ ਮਿਲਾਪ ਵਧੇਗਾ, ਇੱਕ ਦੂਜੇ ਨਾਲ ਮੱਥੇ ਲੱਗਣਗੇ, ਬੈਠਣਗੇ। ਭਾਉ ਭਗਤ ਬਹ ਬਧੈ ਸੁਹੇਲਾ। ਤੇ ਇਹਨਾਂ ਦੀ ਪ੍ਰੇਮਾ ਭਗਤੀ ਇੱਕ ਦੂਜੇ ਦੇ ਨਾਲ ਬੜੀ ਵੱਧ ਜਾਵੇਗੀ। ਇੱਕ ਦੂਜੇ ਦੇ ਨਾਲ ਸੰਗਤਾਂ ਪ੍ਰੇਮ ਕਰਨਗੀਆਂ, ਕਿਉਂ ਜਦੋਂ ਇੱਕ ਦੂਜੇ ਦੇ ਮੱਥੇ ਹੀ ਨਾ ਲੱਗੇ ਫਿਰ ਮੋਹ ਤੇ ਕਾਹਦਾ ਹੋਣਾ। ਤੇ ਮਹਾਰਾਜ ਸੰਗਤਾਂ ਇਕੱਠੀਆਂ ਆ ਜਾਣ ਜੇ ਇੱਥੇ ਤੁਹਾਡੇ ਕੋਲ, ਇੱਕ ਦੂਜੇ ਦੇ ਪਾਸ ਬੈਠਿਆ ਕਰਨ, ਦੁੱਖ ਸੁੱਖ ਕਰਨ, ਆਪ ਜੀ ਦੇ ਚਰਨਾਂ ਦੇ ਪਾਸੋਂ ਸਿੱਖੀ ਧਾਰਨ ਕਰਨ, ਤੁਹਾਡੀਆਂ ਸੋਹਣੀਆਂ ਮਾਰੇ ਸਿੱਖਿਆਵਾਂ ਉਪਦੇਸ਼ ਇੱਕ ਦੂਜੇ ਨਾਲ ਸਾਂਝੇ ਕਰਿਆ ਕਰਨ। ਜੇ ਐਦਾਂ ਹੋ ਜਾਵੇ ਤਾਂ ਕਰਬੇ ਉਚਿਤ ਹੋਏ ਅਸਬਾਤੀ। ਮਹਾਰਾਜ ਪ੍ਰੇਮ ਭਗਤੀ ਇਹਨਾਂ ਦੀ ਵੱਧ ਜਾਵੇਗੀ। ਜੇ ਕਿਤੇ ਇਹੋ ਜਿਹਾ ਹੋ ਜਾਵੇ ਮਹਾਰਾਜ ਤੇ ਉਚਿਤ ਇਹ ਯੋਗ ਬੜਾ ਸ਼੍ਰੇਸ਼ਟ ਕਾਰਜ ਹੋਵੇਗਾ। ਆਵਹਿ ਸੰਗਤ ਔਰ ਹਰ ਖਾਤੀ। ਮਹਾਰਾਜ ਸੰਗਤ ਸਾਰੇ ਸਿੱਖ ਇੱਕ ਦੂਜੇ ਦੇ ਮੇਲ ਮਿਲਾਪ ਕਰਕੇ ਖੁਸ਼ ਹੁੰਦੇ ਹੋਏ ਆਇਆ ਕਰਨਗੇ। ਏਕ ਦਿਵਸ ਮਹਿ ਮੇਲੋ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਇੱਕੋ ਦਿਨ ਦਾ ਕੋਈ ਮੇਲਾ ਬੰਨ੍ਹਦੇ ਹੋ ਤੁਸੀਂ, ਵੀ ਜੇ ਤੁਸੀਂ ਕੋਈ ਇਹੋ ਜਿਹਾ ਮੇਲਾ ਬੰਨ੍ਹ ਦਵੋ ਵੀ ਇੱਕੇ ਦਿਨ ਹੀ ਜਿਹੜਾ ਹੈ ਸਾਰੀਆਂ ਸੰਗਤਾਂ ਇਕੱਠੀਆਂ ਹੋਇਆ ਕਰਨ, ਸਭ ਇੱਕ ਦੂਜੇ ਦੇ ਨਾਲ ਰਲ ਕਰਕੇ ਬੈਠਿਆ ਕਰਨ। ਬਹੁ ਦੇਸ਼ਨ ਪਰ ਸੰਗਤ ਜੋਏ। ਕਿਉਂਕਿ ਤੁਹਾਡੀ ਸੰਗਤ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ
ਭਾਈ ਪਾਰੋ ਜੀਆਂ ਨੇ ਬੇਨਤੀ ਕੀਤੀ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਕੋਈ ਮੇਲਾ ਦਿਓ ਬੰਨ ਕੇ, ਵੀ ਇੰਨੀ ਤਰੀਕ ਨੂੰ ਸਾਰੀਆਂ ਸੰਗਤਾਂ ਇੱਥੇ ਗੋਇੰਦਵਾਲ ਇਕੱਠੇ ਹੋਇਆ ਕਰੋ। ਜੇ ਇਹੋ ਜਿਹਾ ਤੁਸੀਂ ਕਰ ਦਿਓ ਤੇ ਮਹਾਰਾਜ ਬੜਾ ਵਧੀਆ ਹੋਵੇ, ਬੜਾ ਚੰਗਾ ਹੋਵੇ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਣ ਕਰਨ, ਇੱਕ ਦੂਜੇ ਦੇ ਦਰਸ਼ਨ ਕਰਨ। ਆਪ ਜੀ ਦੀ ਆਗਿਆ ਚਾਹੀਦੀ ਇਹੋ ਜਿਹਾ ਕਾਰਜ ਕਰਨ ਵਾਸਤੇ। ਦੂਰ ਦੂਰ ਕੇ ਸਿੱਖ ਮਿਲੈ ਹੈ, ਤੋ ਆਪਸ ਵਿੱਚ ਸੰਗਤਾਂ ਜਿਹੜੀਆਂ ਹਨ ਉਹ ਰਲ ਕਰਕੇ ਬੈਠ ਜਾਇਆ ਕਰਨ। ਆਪ ਜੀ ਦੇ ਦਰਸ਼ਨ ਦਿਦਾਰੇ ਸਾਰੀਆਂ ਸੰਗਤਾਂ ਨੂੰ ਹੁੰਦੇ ਰਹਿਣਗੇ ਤੇ ਆਪ ਜੀ ਦੀ ਆਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੀਦੀ ਹੈ। ਸਾਰੇ ਸਿੱਖ ਆਪਸ ਵਿੱਚ ਮਿਲ ਬੈਠਿਆ ਕਰਨਗੇ। ਸੁਨ ਸ੍ਰੀ ਅਮਰ ਸੋ ਪਏ ਪ੍ਰਸੰਨ। ਭਾਈ ਪਾਰੋ ਜੀ ਤੋਂ ਸੁਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਬਹੁਤ ਖੁਸ਼ ਹੋਏ ਆ। ਕਹਿਓ ਬਾਕ ਪਾਰੋ ਤੁਮ ਧੰਨ। ਤੇ ਭਾਈ ਪਾਰੋ ਜੀ ਨੂੰ ਕਹਿੰਦੇ ਆ ਮਹਾਰਾਜ, ਕਹਿੰਦੇ ਭਾਈ ਪਾਰੋ ਤੂੰ ਧੰਨ ਹੈ, ਬਚਨ ਤੋਂ ਬਹੁਤ ਜਿਹੜਾ ਵਧੀਆ ਸਾਡੇ ਤਾਂ ਹੀ ਇਹ ਬੇਨਤੀ ਕੀਤੀ ਹੈ। ਪਰ ਉਪਕਾਰ ਵਿਚਾਰਨ ਕਰਾਂ। ਕਿਉਂਕਿ ਤੂੰ ਪਰਉਪਕਾਰ ਕਰਨ ਦੀ ਜਿਹੜੀ ਵਿਚਾਰ ਕਰ ਰਿਹਾ ਵੀ ਸਾਰੀਆਂ ਸਿੱਖਾਂ ਸੰਗਤਾਂ ਨੂੰ ਇੱਕ ਦੂਜੇ ਦਾ ਮੇਲ ਮਿਲਾਪ ਕਰਵਾ ਦਈਏ। ਸਿੱਖ ਅਨੇਕ ਮਿਲਹਿ ਨਿਸ਼ਤਰੈ। ਕਿਉਂਕਿ ਸਿੱਖ ਬਹੁਤੇ ਜਿਹੜੇ ਨਾ ਇੱਕ ਦੂਜੇ ਦੇ ਨਾਲ ਮਿਲ ਕਰਕੇ ਤੇ ਆਪੋ ਆਪਣਾ ਨਿਸਤਾਰਾ ਕਰ ਲੈਣਗੇ, ਤਰ ਜਾਣਗੇ। ਜੋ ਤੁਮ ਚਿਤ ਵੀ ਮਮ ਚਿਤ ਸੋਏ। ਬਾਕੀ ਭਾਈ ਪਾਰੋ ਜਿਹੜੀ ਤੁਸੀਂ ਆਪਦੇ ਮਨ ਵਿੱਚ ਇਹ ਚਿਤਵਣੀ ਕਰ ਰਹੇ ਹੋ ਨਾ ਵੀ ਇੱਕ ਮੇਲਾ ਬੰਨਿਆ ਜਾਵੇ, ਸੰਗਤਾਂ ਇਕੱਠੀਆਂ ਹੋਇਆ ਕਰਨ, ਮਹਾਰਾਜ ਕਹਿੰਦੇ ਭਾਈ ਪਾਰੋ ਸਾਡੇ ਵੀ ਮਨ ਵਿੱਚ ਇਹੀ ਵਿਚਾਰ ਕੁਝ ਦਿਨਾਂ ਤੋਂ ਚੱਲ ਰਿਹਾ ਸੀ। ਸਗਰੇ ਆਵਹਿ ਦਿਵਸ ਬਸੋਏ। ਵੀ ਕੋਈ ਦਿਨ ਆਪਾਂ ਇਕੱਠਾ ਕਰ ਦਈਏ ਬਸੋਏ ਵਿਸਾਖੀ ਦਾ, ਆਪਾਂ ਵਿਸਾਖੀ ਦਾ ਦਿਵਸ ਬੰਨ ਦਈਏ ਤੇ ਸਾਰੇ ਇੱਕੋ ਦਿਨ ਆ ਕਰਕੇ ਇੱਕ ਵਿਸਾਖ ਨੂੰ ਇਕੱਠੇ ਹੋ ਜਾਇਆ ਕਰਨ। ਸਭ ਸਿੱਖਣ ਕੋ ਲਿਖਾ ਪਠਾਵਾ। ਤੇ ਸਾਰੇ ਸਿੱਖਾਂ ਨੂੰ ਲਿਖ ਕੇ ਨਾ ਤੇ ਹੁਕਮਨਾਮੇ ਭੇਜਦੇ ਭਾਈ ਪਾਰੋ। ਇੱਕ ਵਿਸਾਖੀ ਦਾ ਦਿਨ ਬੰਨ ਦਿੱਤਾ ਹੈ। ਗੁਰ ਦਰਸ਼ਨ ਕੋ ਇਕੱਠੇ ਆਵਾਹ। ਤੇ ਵਿਸਾਖੀ ਵਾਲੇ ਦਿਨ ਅੱਗੇ ਪਿੱਛੇ ਵੀ ਆਓ, ਪਰ ਵਿਸਾਖੀ ਵਾਲੇ ਦਿਨ ਜ਼ਰੂਰ ਜਿੰਨੇ ਵੀ ਸਿੱਖ ਹਨ ਸਾਰੇ ਗੋਇੰਦਵਾਲ ਸਾਹਿਬ ਇਕੱਠੇ ਹੋਇਆ ਕਰਨ ਸਾਡੇ ਦਰਸ਼ਨਾਂ ਨੂੰ। ਤਬ ਪਾਰੋ ਨੇ ਲਿਖ ਪਰਵਾਨੇ। ਮਹਾਰਾਜ ਤੋਂ ਆਗਿਆ ਲੈ ਕਰਕੇ ਭਾਈ ਪਾਰੋ ਦੀਆਂ ਹੁਕਮਨਾਮੇ ਪਰਮਾਨੇ ਲਿਖ ਲਿਖ ਕੇ ਭੇਜ ਦਿੱਤੇ ਆ। ਪਠੇ ਪਰਨ ਜਹ ਜਹ ਸਿੱਖ ਜਾਣੇ। ਮਹਾਰਾਜ ਵੱਲੋਂ ਹੁਕਮਨਾਮੇ ਭੇਜ ਦਿੱਤੇ ਆ। ਕਾਬਲ ਕੰਧਾਰ ਵੱਲ ਵੀ, ਕਸ਼ਮੀਰ ਦੀਆਂ ਸੰਗਤਾਂ ਨੂੰ ਵੀ ਭੇਜ ਦਿੱਤੇ। ਹੋਰ ਦੂਰ ਨੇੜੇ ਸਾਰੇ ਪਾਸੇ ਜਿੰਨੇ ਵੀ ਸਿੱਖ ਰਹਿੰਦੇ ਆ ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਹੁਕਮਨਾਮੇ ਲਿਖ ਕੇ ਭਾਈ ਪਾਰੋ ਜੀਆਂ ਭੇਜੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੁਕਮ ਹੈ ਵੀ ਸਾਰੀਆਂ ਸੰਗਤਾਂ ਇੱਕ ਵਿਸਾਖ ਨੂੰ ਵਿਸਾਖੀ ਵਾਲੇ ਦਿਨ ਮੇਲਾ ਹੋਇਆ ਕਰੇਗਾ ਤੇ ਜ਼ਰੂਰ ਇੱਥੇ ਸੰਗਤਾਂ ਪਹੁੰਚਣ ਗੋਇੰਦਵਾਲ ਸਾਹਿਬ। ਸੁਨਤ ਹੁਕਮਨਾਮਾ ਗੁਰ ਕੇਰਾ। ਇਉਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੁਕਮਨਾਮੇ ਭੇਜੇ ਹੋਏ ਜਦੋਂ ਦੇਸ਼ ਵਿਦੇਸ਼, ਕਸ਼ਮੀਰ, ਕਾਬਲ, ਕੰਧਾਰ ਦੀਆਂ ਸੰਗਤਾਂ ਨੇ ਸੁਣੇ ਆ, ਪੜ੍ਹੇ ਹਨ। ਸਿੱਖਣ ਕੇ ਚਿਤ ਚਾਉ ਕਨੇਰਾ। ਤੇ ਸਿੱਖਾਂ ਦੇ ਮਨ ਵਿੱਚ ਬੜਾ ਚਾਅ ਪੈਦਾ ਹੋਇਆ ਵੀ ਚਲੋ ਸ਼ੁਕਰ ਹੋਇਆ ਹੁਣ ਸਾਰੇ ਸਿੱਖ ਇੱਕ ਦੂਜੇ ਦੇ ਦਰਸ਼ਨ ਦਿਦਾਰੇ ਕਰਿਆ ਕਰਾਂਗੇ। ਬੜਾ ਭਾਰੀ ਜੋੜ ਮੇਲਾ ਗੋਇੰਦਵਾਲ ਸਾਹਿਬ ਹੋਵੇਗਾ। ਰਹੇ ਉਡੀਕਤ ਪੁਨ ਸਭ ਕੋਏ। ਉਸੇ ਦਿਨ ਤੋਂ ਹੀ ਸਿੱਖ ਫਿਰ ਇੱਕ ਵਿਸਾਖ ਨੂੰ ਉਡੀਕਣ ਲੱਗ ਪੈਂਦੇ ਸੀ ਵੀ ਕਦੋਂ ਵਿਸਾਖੀ ਆਵੇਗੀ, ਕਦੋਂ ਅਸੀਂ ਸਾਰੇ ਪਰਿਵਾਰਾਂ ਸਮੇਤ ਗੋਇੰਦਵਾਲ ਸਾਹਿਬ ਜਾਵਾਂਗੇ, ਸਿੱਖਾਂ ਦੇ ਦਰਸ਼ਨ ਹੋਣਗੇ।
ਭਾਰੀ ਜੋੜ ਮੇਲੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਾਂਗੇ। ਇੱਕ ਵਿਸਾਖ ਨੂੰ, ਵਿਸਾਖੀ ਨੂੰ ਸਾਰੇ ਹੀ ਉਡੀਕਦੇ ਹਨ। ਪਹੁੰਚਹਿ ਗੁਰ ਟਿਗ ਦਿਵਸ ਬਸੋਏ। ਤੇ ਜਦੋਂ ਵਿਸਾਖੀ ਹੁੰਦੀ ਹੈ ਫਿਰ ਦੂਰੋਂ ਨੇੜਿਓਂ ਸਾਰੀਆਂ ਪੰਜਾਬ ਦੀਆਂ ਬਾਹਰਲੇ ਪਾਸਿਓਂ ਸਟੇਟਾਂ ਰਿਆਸਤਾਂ ਦੀਆਂ ਸੰਗਤਾਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਜਾਂਦੀਆਂ ਹਨ। ਦਿਨ ਪ੍ਰਤ ਵਧਤ ਰਹਿਤ ਬਡ ਭਾਉ। ਤੇ ਕਹਿੰਦੇ ਆ ਦਿਨ ਪ੍ਰਤ ਦਿਨ ਸੰਗਤਾਂ ਵਿੱਚ ਪ੍ਰੇਮ ਭਾਵਨਾ ਵੱਧਦੀ ਜਾਂਦੀ ਹੈ। ਗੁਰ ਦਰਸ਼ਨ ਕੋ ਚਾਉ ਗੁਣ ਚਾਉ। ਤੇ ਚੌਗਣਾ ਚਾਅ ਚੜਿਆ ਸੰਗਤਾਂ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨੇ ਦਾ। ਬੀਤੀ ਸਿਸੁਰ ਬਸੰਤ ਪ੍ਰਕਾਸ਼ਾ। ਐਂ ਕਹਿੰਦੇ ਆ ਕਿ ਵਿਸਾਖੀ ਉਡੀਕਦੇ ਆ ਤੇ ਸਿਸੁਰ ਰੁੱਤ ਸਾਧ ਸੰਗ ਜੀ ਜਿਹੜੀ ਹੈ ਕੁਝ ਸਮਾਂ ਬਤੀਤ ਹੋਇਆ ਤੋ ਦਿਨ ਲੰਘਦੇ ਗਏ। ਇਹ ਸਾਧ ਸੰਗ ਜੀ ਜਿਹੜੀ ਸਿਸੁਰ ਰੁੱਤ ਹੈ ਉਹ ਜਦੋਂ ਪੂਰਨ ਹੋ ਗਈ ਹੈ, ਜਦੋਂ ਲੰਘ ਗਈ ਹੈ, ਸੁਮਨ ਸੁਬਾਨ ਉਪਬਨ ਹੈ ਵਿਕਾਸਾ। ਤੇ ਸਾਰੀ ਰੁੱਤ ਲੰਘਣ ਤੋਂ ਬਾਅਦ ਫਿਰ ਬਸੰਤ ਆਈ ਹੈ। ਤੇ ਬਸੰਤ ਭਾਵ ਸਿਆਲ ਲੰਘਣ ਤੋਂ ਬਾਅਦ ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਮਨਾਂ ਸ਼੍ਰੇਸ਼ਟ ਮਨਾਂ ਦੇ ਵਿੱਚ ਜਿਵੇਂ ਉਤਸ਼ਾਹ ਪੈਦਾ ਹੋਇਆ। ਕਵੀ ਜੀ ਕਹਿੰਦੇ ਕਿਵੇਂ ਪੈਦਾ ਹੋਇਆ? ਜਿਵੇਂ ਬਣਾ ਜੰਗਲਾਂ ਵਿੱਚ ਬਾਗਾਂ ਵਿੱਚ ਬਸੰਤ ਵਿੱਚ ਫੁੱਲ ਖਿਲਦੇ ਆ, ਉਹ ਫੁੱਲ ਜਿਵੇਂ ਖਿਲਦੇ ਆ ਨਾ ਬਸੰਤ ਵਿੱਚ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਵਾਸਤੇ ਸਿੱਖਾਂ ਦੇ ਮਨ ਖਿੜ ਰਹੇ ਆ ਵੀ ਵਿਸਾਖੀ ਲਾਗੇ ਆ ਗਈ ਹੈ। ਬਹੁਤੀ ਉਸਨ ਨਾ ਸੀਤਲਤਾਈ। ਕਿਉਂਕਿ ਉਹਨਾਂ ਦਿਨਾਂ ਵਿੱਚ ਨਾ ਤਾਂ ਬਹੁਤੀ ਠੰਡ ਹੁੰਦੀ ਹੈ ਤੇ ਨਾ ਹੀ ਬਹੁਤੀ ਗਰਮੀ ਹੁੰਦੀ ਹੈ। ਚੱਲਣ ਪੰਥ ਕੋ ਹੈ ਸੁਖਦਾਈ। ਤੇ ਰਸਤੇ ਵਿੱਚ ਚੱਲਣਾ ਵੀ ਸੌਖਾ, ਕਿਉਂਕਿ ਉਹਨਾਂ ਸਮਿਆਂ ਵਿੱਚ ਸਾਧ ਸੰਗ ਜੀ, ਹੁਣ ਤਾਂ ਸਾਧਨ ਬੜੇ ਆ, ਸੰਗਤਾਂ ਤੁਰ ਕੇ ਜਾਇਆ ਕਰਦੀਆਂ ਸਨ, ਕੁਝ ਗੱਡਿਆਂ ਤੇ ਗੱਡੇ ਵੀ ਸਾਰਿਆਂ ਪਾਸ ਨਹੀਂ ਸਨ। ਤੁਰ ਕੇ ਸੰਗਤਾਂ ਨੇ ਨਾਲੇ ਰਸਤੇ ਵਿੱਚ ਕੀਰਤਨ ਗਾਉਂਦੇ ਆਉਣਾ ਤੇ ਪਰਮੇਸ਼ਰ ਗੁਰੂ ਰਾਮਦਾਸ ਵਾਹਿਗੁਰੂ ਗੁਰੂ ਅਮਰਦਾਸ ਜੀ ਨੂੰ ਯਾਦ ਕਰਦੇ ਆਉਣਾ, ਗੁਰੂ ਨਾਨਕ ਪਾਤਸ਼ਾਹ ਦੇ ਸੋਹਲੇ ਗਾਉਂਦੇ ਆਉਣਾ, ਬਾਣੀ ਦੀਆਂ ਪੰਕਤੀਆਂ ਤੁਕਾਂ ਪੜ੍ਹਦਿਆਂ ਹੋਇਆਂ ਨੇ ਪੈਂਡਾ ਤੈਅ ਕਰਨਾ। ਗਰਮੀ ਤੇ ਠੰਡ ਵਿੱਚ ਦੋਵੇਂ ਵਿੱਚ ਹੀ ਪੈਂਡਾ ਤੈਅ ਕਰਨਾ ਔਖਾ ਹੈ। ਮਹਾਰਾਜ ਨੇ ਵਿਸਾਖੀ ਦਾ ਦਿਨ ਬੰਨਿਆ ਵੀ ਗੋਇੰਦਵਾਲ ਸਾਹਿਬ ਸੰਗਤਾਂ ਆਉਣ, ਜਿਸ ਕਰਕੇ ਨਾ ਠੰਡ ਹੈ ਨਾ ਗਰਮੀ, ਪੈਂਡਾ ਤੁਰ ਕੇ ਪੈਦਲ ਤੈਅ ਕਰਨਾ ਦੂਰ ਦੀਆਂ ਸੰਗਤਾਂ ਨੂੰ ਸੌਖਾ ਹੈ। ਜਹਾਂ ਜਹਾਂ ਸਤਿਗੁਰ ਕੇ ਸਿੱਖ ਬ੍ਰਿੰਦੇ। ਜਿੱਥੇ ਜਿੱਥੇ ਵੀ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਸਾਰੇ ਰਹਿੰਦੇ ਆ, ਦਰਸ਼ਨ ਕੋ ਉਮਗੇ ਆਨੰਦੇ। ਤੇ ਉਹ ਉਤਸ਼ਾਹ ਦੇ ਨਾਲ ਫਿਰ ਦੌੜੇ ਆਉਂਦੇ। ਵਿਸਾਖੀ ਜਦੋਂ ਆਉਂਦੀ ਹੈ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ। ਬੰਧੇ ਟੋਲ ਸੰਗਤਾਂ ਆਈ। ਸੰਗਤਾਂ ਜਥੇ ਬਨ ਕੇ ਤੇ ਗੋਇੰਦਵਾਲ ਸਾਹਿਬ ਵਿਸਾਖੀ ਤੇ ਆ ਰਹੀਆਂ ਹਨ। ਚਾਹਾਂ ਦਿਸ਼ ਤੇ ਵਸਤੂ ਗਨ ਲਿਆਈ। ਚਾਰੇ ਪਾਸਿਆਂ ਸੰਗਤਾਂ, ਚਾਰੇ ਦਿਸ਼ਾਵਾਂ ਚੋਂ ਦੇਸ਼ਾਂ ਤੋਂ ਸੰਗਤਾਂ ਆਉਂਦੀਆਂ। ਨਾਲ ਸੰਗਤਾਂ ਆਪ ਗੁਰੂ ਦੀ ਭੇਟਾ ਵਾਸਤੇ ਵੀ ਕੁਝ ਲੈ ਕੇ, ਖਾਲੀ ਹੱਥ ਨਹੀਂ ਨਾ ਮਹਾਰਾਜ ਦੇ ਦਰਸ਼ਨ ਕਰੀਦੇ। ਹੱਥ ਵਿੱਚ ਕੋਈ ਨਾ ਕੋਈ ਵਸਤੂ, ਮਾਈਆਂ ਬਜ਼ੁਰਗ ਮਾਈਆਂ ਨੇ ਮਹਾਰਾਜ ਵਾਸਤੇ ਸੋਹਣੇ ਖੇਸ ਜਿਹੜੇ ਹੱਥ ਦੇ ਕੱਢੇ ਹੋਏ ਹਨ। ਕੋਈ ਮਹਾਰਾਜ ਵਾਸਤੇ ਸੁੰਦਰ ਕੱਪੜਾ ਮਾਈਆਂ ਬਣਾ ਕੇ ਹੱਥੀਂ ਕਢਾਈ ਕਰ ਕੇ ਗੁਰੂ ਗਰੀਬ ਨਵਾਜ ਦੇ ਵਾਸਤੇ, ਕੋਈ ਮਹਾਰਾਜ ਵਾਸਤੇ ਜੋੜਾ ਚੁੱਕੀ ਲਿਆਉਂਦਾ, ਕੋਈ ਮਹਾਰਾਜ ਵਾਸਤੇ ਦਸਤਾਰਾਂ ਲੈ ਕੇ ਆਉਂਦਾ। ਇਸ ਤਰ੍ਹਾਂ ਹੋਰ ਵੀ ਬੇਅੰਤ ਤਰ੍ਹਾਂ ਦੀਆਂ ਕੋਈ ਰਸਤਾਂ ਲੰਗਰਾਂ ਵਾਸਤੇ ਲੈ ਕੇ ਆ ਰਹੀਆਂ। ਦੂਰੋਂ ਨੇੜਿਓਂ ਸੰਗਤਾਂ ਗੋਇੰਦਵਾਲ ਸਾਹਿਬ ਆ ਰਹੀਆਂ ਵਿਸਾਖੀ ਤੇ ਹੱਥਾਂ ਵਿੱਚ ਸਾਰਿਆਂ ਨੇ ਕੁਝ ਨਾ ਕੁਝ ਪਕੜਿਆ ਹੋਇਆ ਹੈ। ਉਪਾਇਨ ਭੇਟਾਵਾਂ ਲੈ ਕੇ ਆ ਰਹੀਆਂ ਹਨ। ਆਨ ਸਭਨ ਗੁਰ ਦਰਸ਼ਨ ਹੀਰਾ। ਇਸ ਤਰ੍ਹਾਂ ਸੰਗਤਾਂ ਆਉਂਦੀਆਂ ਗੋਇੰਦਵਾਲ ਸਾਹਿਬ ਵਿਸਾਖੀ ਵਾਲੇ ਦਿਨ ਤੇ ਗੁਰੂ ਅਮਰਦਾਸ ਮਹਾਰਾਜ ਦੇ ਆ ਕੇ ਦਰਸ਼ਨ ਕੀਤੇ। ਮੇਲਾ ਮਿਲ ਕੇ ਭਇਓ ਬਡੇਰਾ। ਕਹਿੰਦੇ ਬੜਾ ਇਕੱਠ ਹੋਇਆ ਪਹਿਲੀ ਵਾਰੀ ਜਦੋਂ ਮਹਾਰਾਜ ਨੇ ਮੇਲਾ ਬੰਨਿਆ ਨਾ ਵਿਸਾਖੀ ਦਾ, ਤੇ ਬੜਾ ਭਾਰੀ ਇਕੱਠ ਹੋਇਆ। ਬਹੁਤ ਚਾਰੇ ਪਾਸੇ ਰਸ਼ ਹੈ, ਮੇਲ ਮਿਲਾਪ ਸੰਗਤਾਂ ਦਾ ਬੜਾ ਭਾਰੀ ਹੈ। ਜਥਾ ਚਕੋਰ ਹੋਏ ਸਮੁਦਾਇਆ। ਜਿਵੇਂ ਕਹਿੰਦੇ ਚਕੋਰ ਹੁੰਦੀਆਂ ਨਾ ਇਕੱਠੀਆਂ ਚਕੋਰਾਂ ਦਾ ਜਥਾ ਹੁੰਦਾ ਹੈ ਇਕੱਠਾ ਹੋਇਆ। ਸ਼੍ਰੀ ਸਤਿਗੁਰ ਨਿਸਪਤ ਦਰਸਾਇਆ। ਤੇ ਚੰਦਰਮਾ ਨੂੰ ਵੇਖ ਕੇ ਚਕੋਰਾਂ ਇਕੱਠੀਆਂ ਹੁੰਦੀਆਂ। ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਖ ਜਿਹੜਾ ਉਹ ਚੰਦਰਮਾ ਦੇ ਸਦਰਸ ਹੈ ਤੇ ਸਿੱਖਾਂ ਦੇ ਮਨ ਚਕੋਰ ਹੋ ਰਹੇ ਹੈ। ਦਿਲ ਕਰਦਾ ਹੈ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੇ ਰਹੀਏ, ਮਹਾਰਾਜ ਦਾ ਮੁਖ ਵੇਖਦੇ ਹੀ ਰਹੀਏ।
ਇਸ ਤਰ੍ਹਾਂ ਸੰਗਤਾਂ ਦੇ ਮਨ ਜਿਹੜੇ ਆ ਚਕੋਰਾਂ ਵਰਗੇ ਹੋ ਚੁੱਕੇ ਆ। ਗੋਇੰਦਵਾਲ ਵਿਸ਼ਾਲ ਸੋ ਭੀਰ, ਤੇ ਬੜੀ ਭਾਰੀ ਕਵੀ ਜੀ ਕਹਿੰਦੇ ਭੀੜ ਹੋ ਰਹੀ। ਗੋਇੰਦਵਾਲ ਸਾਹਿਬ ਵਿੱਚ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਰਹੀ, ਕਿਤੇ ਇੰਨਾ ਇਕੱਠ ਹੋਇਆ ਹੈ। ਦਰਸੈ ਵਾਰ ਨਾ ਪਾਵਹਿ ਤੀਰ, ਤੇ ਕਹਿੰਦੇ ਆ ਵੀ ਇੱਕ ਵਾਰੀ ਦਰਸ਼ਨ ਮਹਾਰਾਜ ਦੇ ਹੋ ਜਾਣ ਕਿਤੇ ਵੱਡੇ ਭਾਗ। ਕਹਿੰਦੇ ਦਰਸ਼ਨ ਕਰਨ ਨੂੰ ਵੀ ਇੰਨੀ ਭੀੜ ਵਾ ਕਿ ਦਰਸ਼ਨ ਕਰਨੇ ਵੀ ਔਖੇ ਹੋਏ ਪਏ ਮਹਾਰਾਜ ਦੇ। ਸਤਿਗੁਰੂ ਅਮਰਦਾਸ ਜੀ ਮਹਾਰਾਜ ਚੁਬਾਰਾ ਸਾਹਿਬ ਵਾਲੇ ਸਥਾਨ ਤੇ ਬਿਰਾਜ ਰਹੇ ਹੈ। ਸਾਹਮਣੇ ਬਾਰੀ ਵਿੱਚੋਂ ਦੀ ਸੰਗਤਾਂ ਦਰਸ਼ਨ ਕਰਦੀਆਂ। ਔਰ ਹੋ ਜਾਣ ਦਰਸ਼ਨ। ਕਈਆਂ ਨੂੰ 5-5 ਦਿਨ ਵੀ ਸਾਧ ਸੰਗ ਜੀ ਦਰਸ਼ਨਾਂ ਤੇ ਲੱਗ ਗਏ ਸਨ, ਇੰਨੀ ਭੀੜ ਹੋਈ ਹੈ। ਪਹਿਲੀ ਵਾਰ ਵਿਸਾਖੀ ਤੇ ਗੋਇੰਦਵਾਲ ਸਾਹਿਬ। ਪਾਇਨ ਪਾਸ ਉਪਾਇਨ ਧਰ ਧਰ, ਤੇ ਸੰਗਤਾਂ ਜਿਹੜੀਆਂ ਵਸਤੂਆਂ ਲੈ ਕੇ ਆਈਆਂ ਮਹਾਰਾਜ ਦੇ ਦਰਸ਼ਨ ਕਰਕੇ, ਸਤਿਗੁਰਾਂ ਦੇ ਦਰਸ਼ਨਾਂ ਦੀ ਭੇਟਾ ਸਤਿਗੁਰਾਂ ਦੇ ਚਰਨੀ ਰੱਖ ਕੇ ਆਵਹਿ ਜਾਹੇ ਬੰਦਨਾ ਕਰ ਕਰ, ਤੇ ਜਾਂਦੇ ਆ ਸਿੱਖ ਭੇਟਾਵਾਂ ਰੱਖ ਕੇ ਮਹਾਰਾਜ ਨੂੰ ਮੱਥੇ ਟੇਕਦੇ। ਅਸ਼ਟਾਂਗ ਬੰਦਨਾ ਡੰਡੌਤ ਬੰਦਨਾ ਕਰ ਕਰਕੇ ਸੰਗਤਾਂ ਵਾਪਸ ਮੁੜਦੀਆਂ ਹਨ। ਸਿੱਖ ਅਨੇਕ ਦੇਗ ਕੋ ਲਾਗੇ, ਕਹਿੰਦੇ ਹੁਣ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਵੀ ਵੱਡਾ ਚਾਹੀਦਾ। ਕਵੀ ਜੀ ਕਹਿੰਦੇ ਆ ਕਿ ਅਨੇਕਾਂ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸਿੱਖਣੀਆਂ ਜਿਹੜੇ ਨਾ ਮਾਈ ਬਾਈ ਲੰਗਰ ਵਿੱਚ ਸੇਵਾ ਕਰ ਰਹੇ। ਇੰਨੀ ਸੰਗਤ ਦਾ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾ ਰਿਹਾ ਹੈ। ਕਰਹਿ ਪਾਕ ਸਿੱਧ ਔਰ ਅਨੁਰਾਗੇ, ਮਨ ਵਿੱਚ ਨਾ ਬੜੇ ਪ੍ਰੇਮ ਦੇ ਸਹਿਤ ਸੋਹਣੀ ਤਰ੍ਹਾਂ ਪਵਿੱਤਰਤਾ ਦੇ ਨਾਲ ਬੱਧਾ ਚੱਟੀ ਨਹੀਂ ਕਰਦੇ, ਬੜੇ ਪ੍ਰੇਮ ਦੇ ਨਾਲ ਜਿਹੜੀ ਵਾ ਉਹ ਪ੍ਰਸ਼ਾਦਾ ਲੰਗਰ ਤਿਆਰ ਕੀਤਾ ਜਾ ਰਿਹਾ ਮਾਈਆਂ ਵੱਲੋਂ ਸਿੱਖਾਂ ਵੱਲੋਂ। ਕੇਤਕ ਨੀਰ ਆਨੇ ਬੋ ਕਰਹੀ, ਪਾਣੀ ਲਾਗੇ ਹੀ ਬਿਆਸ ਦਰਿਆ ਜੂ ਵਗਦਾ ਹੈ। ਕੁਝ ਜਿਹੜੇ ਵਾ ਨਾ ਉਹ ਸਿੱਖ ਉਹ ਪਾਣੀ ਢੋਣ ਤੇ ਲੱਗੇ ਹੋਏ ਸੰਗਤਾਂ ਦੇ ਛਕਣ ਨੂੰ। ਜਲ ਜਿਹੜਾ ਉਹ ਗੁਰੂ ਘਰ ਲੈ ਕੇ ਆਂਦਾ ਜਾ ਰਿਹਾ ਬਿਆਸ ਦਰਿਆ ਵਿੱਚੋਂ। ਸੰਗਤ ਕੋ ਸੇਵਹਿਤ ਤਰਹੀ, ਬੜਾ ਪ੍ਰੇਮ ਕਰਕੇ ਸਾਰੀ ਸੰਗਤ ਦੀ ਸੇਵਾ ਕਰ ਰਹੇ ਆ। ਮਹਾ ਕੋਲਾਹਲ ਮੇਲਾ ਹੋਵਾ, ਕਹਿੰਦੇ ਬੜਾ ਭਾਰੀ ਮੇਲਾ ਜਿਹੜਾ ਹੈ ਉਹ ਇੱਥੇ ਹੋ ਰਿਹਾ ਤੇ ਚਾਰੇ ਪਾਸੇ ਬੜਾ ਰੌਲਾ ਪੈਂਦਾ ਹੈ। ਬਹੁਤ ਜਿਹੜਾ ਰੌਲਾ ਆਵਾਜ਼ ਰਸ਼ ਦੀ ਆ ਰਹੀ ਹੈ। ਹਰਖਤ ਸੰਗਤ ਦੀਰਘ ਜੋਵਾ, ਤੇ ਜਿਹੜੀ ਸੰਗਤ ਹੈ ਉਹ ਖੁਸ਼ ਹੁੰਦੀ ਹੈ ਮਹਾਰਾਜ ਦੇ ਦਰਸ਼ਨ ਕਰਕੇ। ਸਿੱਖਾਂ ਸੰਗਤਾਂ ਨੂੰ ਵੇਖ ਕੇ ਵੀ ਇੰਨਾ ਇਕੱਠ ਪਹਿਲੀ ਵਾਰੀ ਹੋਇਆ ਗੋਇੰਦਵਾਲ ਸਾਹਿਬ, ਕਿਉਂ ਵਿਸਾਖੀ ਜੋ ਪਹਿਲੀ ਵਾਰੀ ਮਨਾਈ ਜਾ ਰਹੀ ਹੈ। ਅੱਗੇ ਸਿੱਖਾਂ ਦੇ ਪਾਸ ਕੋਈ ਇਕੱਠਿਆਂ ਦਾ ਜੋੜ ਮੇਲਾ ਨਹੀਂ ਸੀ। ਉਸ ਤਰ੍ਹਾਂ ਸਿੱਖ ਆਉਂਦੇ ਜਾਂਦੇ ਮਹਾਰਾਜ ਦੇ ਦਰਸ਼ਨ ਕਰਦੇ ਸਨ। ਤੋ ਸਾਰੀਆਂ ਸੰਗਤਾਂ ਐਡਾ ਭਾਰੀ ਜੋੜ ਮੇਲਾ ਵੇਖ ਕੇ ਬਹੁਤ ਖੁਸ਼ ਹੁੰਦੇ ਆ। ਕਰਹਿ ਪਰਸ ਪਰ ਭਾਉ ਵਿਸਾਲਾ, ਤੇ ਪਹਿਲੀ ਵਾਰੀ ਸੰਗਤ ਉਚ ਰਹਿ ਮਿਲ ਗੁਰ ਕੋ ਜਸ ਜਾਲਾ, ਤੇ ਜਿਹੋ ਜਿਹਾ ਗੁਰੂ ਕਾ ਜਸ ਕਰਦੀਆਂ ਉਹ ਇੱਕ ਦੂਜੇ ਦੇ ਨਾਲ ਮਹਾਰਾਜ ਦੀ ਵਡਿਆਈ ਕਰ ਰਹੀਆਂ ਹਨ, ਮਹਿਮਾ ਗਾਉਂਦੀਆਂ ਹਨ। ਆਤ ਆਨੰਦ ਸੰਗਤ ਮਹਿ ਜੋਵਾ, ਤੇ ਬਹੁਤਾ ਆਨੰਦ ਜਿਹੜਾ ਨਾ ਸੰਗਤ ਵਿੱਚ ਹੋ ਰਿਹਾ ਹੈ। ਇਹ ਬੰਦ ਕਰ ਦਿਓ ਪੱਖਾ। ਬਹੁਤਾ ਆਨੰਦ ਜਿਹੜਾ ਉਹ ਸੰਗਤਾਂ ਇੱਕ ਦੂਜੇ ਵੱਲ ਵੇਖ ਵੇਖ ਕੇ ਬਹੁਤ ਆਨੰਦ ਮਾਣ ਰਹੀਆਂ ਹਨ, ਖੁਸ਼ ਹੁੰਦੀਆਂ ਹਨ। ਸਖ ਮੇਲੇ ਕੋਲ ਹੈ ਸਭ ਕੋਏ, ਤੇ ਸਾਰੀਆਂ ਸੰਗਤਾਂ ਮੇਲੇ ਦਾ ਸੁੱਖ ਲੈਂਦੀਆਂ ਹਨ। ਬਹੁਤ ਭੀੜ ਦੇ ਵਿੱਚ ਜਿਹੜਾ ਹੈ ਉਹ ਵਾਹਿਗੁਰੂ 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 ਦੀ ਧੰਨ ਗੁਰੂ ਅਮਰਦਾਸ ਮਹਾਰਾਜ ਤੁਸੀਂ ਧੰਨ ਹੋ। ਇਹੋ ਜੀ ਬੜੀ ਉੱਚੀ ਉੱਚੀ ਆਵਾਜ਼ੇ ਗਾਏ ਜਾ ਰਹੇ